ਬੱਚਿਓ ਅੱਜ ਦੀ ਐਮਏ 3rd ਸਮੈਸਟਰ ਦੀ ਲਾਈਵ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਸੋ ਜਿੱਦਾਂ ਬੱਚੇ ਜੁਆਇਨ ਕਰ ਲੈਂਦੇ ਆ ਉੱਦਾਂ ਆਪਾਂ ਜਿਹੜਾ ਆਪਣਾ ਲੈਕਚਰ ਸ਼ੁਰੂ ਕਰਾਂਗੇ। ਅੱਜ ਜਿਹੜਾ ਅਸੀਂ ਟੌਪਿਕ ਡਿਸਕਸ ਕਰਨਾ ਹੈਗਾ ਹੈ ਬ੍ਰਿਟਿਸ਼ ਕਨਸਟੀਟਿਊਸ਼ਨ ਦਾ, ਉਹ ਹੈਗਾ ਮਿਊਚੁਅਲ ਰਿਲੇਸ਼ਨਸ ਬਿਟਵੀਨ ਕੈਬਨਿਟ ਐਂਡ ਪਾਰਲੀਮੈਂਟ। ਕੈਬਨਿਟ ਅਤੇ ਪਾਰਲੀਮੈਂਟ ਦੇ ਵਿੱਚ ਆਪਸੀ ਸੰਬੰਧ ਕਿੱਦਾਂ ਦੇ ਹੁੰਦੇ ਆ। सतपाल आवाज आ रही मेरी? सतपाल आवाज आ रही है? सो मैं अज का लैक्चर जिहड़ा है अपना जिहड़ा है शुरू करदा है। अज असी करांगे जिहड़ी ब्रिटिश मंत्रिमंडल है या अंग्रेजी मंत्रिमंडल है ਉਹਦਾ संसद ਦੇ ਨਾਲ ਕੀ ਸੰਬੰਧ ਹੈ, ਉਹਦੀ ਜਿਹੜੀ ਬ੍ਰਿਟਿਸ਼ ਪਾਰਲੀਮੈਂਟ ਹੈ ਉਹਦੇ ਨਾਲ ਕੀ ਸੰਬੰਧ ਹੈ। ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਜਿਹੜਾ ਇੰਗਲੈਂਡ ਹੈ ਉਹਦੇ ਵਿੱਚ ਵੀ ਜਿਹੜੀ ਹੈ ਬਾਈਕੈਮਰਲ ਜਿਹੜੀ ਹੈ ਵਿਵਸਥਾ ਜਿਹੜੀ ਹੈ ਉਹ ਕੀਤੀ ਗਈ ਹੈ। ਬਾਈਕੈਮਰਲ ਲੈਜਿਸਲੇਚਰ ਹੈ ਜਾਂ ਬਾਈਕੈਮਰਲ ਜਿਹੜੀ ਹੈ ਪਾਰਲੀਮੈਂਟ ਹੈਗੀ। ਬਾਈਕੈਮਰਲ ਪਾਰਲੀਮੈਂਟ ਦਾ ਮਤਲਬ ਹੁੰਦਾ ਹੈ ਕਿ ਜਿੱਦਾਂ ਭਾਰਤ ਦੇ ਵਿੱਚ ਜਿਹੜੀ ਸੰਸਦ ਹੈ ਉਹਦੇ ਦੋ ਘਰ ਨੇ, ਲੋਕ ਸਭਾ ਤੇ ਰਾਜ ਸਭਾ। ਇਸੇ ਤਰ੍ਹਾਂ ਜਿਹੜਾ ਇੰਗਲੈਂਡ ਹੈ ਉਹਦੇ ਵਿੱਚ ਸੰਸਦ ਦੇ ਜਿਹੜੇ ਹੈ ਦੋ ਘਰ ਨੇ, ਕਾਮਨਸ ਸਦਨ ਤੇ ਲਾਰਡ ਸਦਨ। ਲਾਰਡ ਸਦਨ ਜਿਹੜਾ ਹੈਗਾ ਹੈ ਉੱਥੇ ਦਾ ਜਿਹੜਾ ਹੈ ਉੱਤਲਾ ਸਦਨ ਹੈਗਾ, ਇਹਨੂੰ ਆਪਾਂ ਉੱਪਰਲਾ ਸਦਨ ਕਹਿੰਦੇ ਆ। ਔਰ ਜਿਹੜਾ ਕਾਮਨ ਸਦਨ ਹੈਗਾ ਉਹ ਇੰਗਲੈਂਡ ਦੀ ਸੰਸਦ ਦਾ ਨੀਚਲਾ ਸਦਨ। ਸੋ ਉੱਥੇ ਵੀ ਜਿਹੜਾ ਕਾਮਨ ਸਦਨ ਹੈ ਉਹ ਜ਼ਿਆਦਾ ਸ਼ਕਤੀਸ਼ਾਲੀ ਹੈ ਔਰ ਜਿਹੜਾ ਲਾਰਡ ਸਦਨ ਹੈ ਉਹ ਘੱਟ ਸ਼ਕਤੀਸ਼ਾਲੀ ਜਿਹੜਾ ਹੈਗਾ ਉਹ ਹੈਗਾ। ਹੁਣ ਸਭ ਤੋਂ ਪਹਿਲਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਰਕਾਰ ਕੀ ਹੁੰਦੀ ਹੈ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਰਕਾਰ ਕੀ ਹੁੰਦੀ ਹੈ। Government consists of Prime Minister and their cabinet, junior ministers supported by teams of non-political civil servants that work in government departments। ਹੁਣ ਦੋ ਤਰ੍ਹਾਂ ਦੀ ਕਾਰਜਪਾਲਿਕਾ ਹੁੰਦੀ ਹੈ ਜਾਂ ਦੋ ਤਰ੍ਹਾਂ ਦਾ ਐਗਜ਼ੈਕਟਿਵ ਹੁੰਦਾ ਹੈ। ਇੱਕ ਨੂੰ ਆਪਾਂ ਕਹਿੰਦੇ ਆ ਪੋਲੀਟੀਕਲ ਐਗਜ਼ੈਕਟਿਵ ਔਰ ਦੂਜੇ ਨੂੰ ਕਹਿੰਦੇ ਆ ਆਪਾਂ ਪਰਮਾਨੈਂਟ ਐਗਜ਼ੈਕਟਿਵ। ਜਿਹੜਾ ਪਰਮਾਨੈਂਟ ਐਗਜ਼ੈਕਟਿਵ ਹੁੰਦਾ ਹੈ ਉਹਦੇ ਵਿੱਚ ਜਿਹੜੀ ਹੈ ਬਿਊਰੋਕ੍ਰੇਸੀ ਆ ਜਾਂਦੀ ਹੈ। ਰਮਨ ਮੇਰੀ ਆਵਾਜ਼ ਆ ਰਹੀ ਤੁਹਾਨੂੰ? रमन? हाँ जी सर आ रही है। हाँ चलो मैं दस रहा सीगा कि अगर असी इंग्लैंड दे विच सरकार की गल करिए तो इंग्लैंड दे विच एक क्राउन नाम की संस्था हैगी है। क्राउन दे विच प्राइम मिनिस्टर भी है, कैबिनेट भी है, जूनियर मिनिस्टर भी हुंदे है ते जिहड़े है बस उत्ते सिविल सर्वेंट्स नहीं हुंदे ते बाकी किंग जिहड़ा है राजा भी जिहड़ा है क्राउन दे विच जिहड़ा आंदा है। ਹੁਣ ਠੀਕ ਹੈ ਜੀ, ਸਰਕਾਰ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਹੈ? ਸਰਕਾਰ ਦੇ ਵਿੱਚ ਪ੍ਰਧਾਨ ਮੰਤਰੀ ਹੋ ਗਿਆ, ਉਸ ਦਾ ਮੰਤਰੀ ਮੰਡਲ ਹੋ ਗਿਆ, ਜਿਹੜੇ ਜੂਨੀਅਰ ਮਿਨਿਸਟਰ ਹੈ ਉਹ ਹੋ ਗਏ ਸਪੋਰਟਡ ਬਾय ਨॉन ਪੋਲੀਟੀਕਲ ਸਿਵਲ ਸਰਵੈਂਟਸ ਜਾਂ ਗਵਰਨਮੈਂਟ ਡਿਪਾਰਟਮੈਂਟਸ। ਠੀਕ ਹੈ, ਇਹ ਸਾਰੇ ਦੋ ਤਰ੍ਹਾਂ ਦਾ ਮੈਂ ਤੁਹਾਨੂੰ ਐਗਜ਼ੈਕਟਿਵ ਦੀ ਗੱਲ ਕਰ ਰਿਹਾ ਸੀਗਾ ਕਿ ਦੋ ਤਰ੍ਹਾਂ ਦੀ ਕਾਰਜਪਾਲਿਕਾ ਹੁੰਦੀ ਹੈ। ਇੱਕ ਨੂੰ ਅਸੀਂ ਕਹਿੰਦੇ ਆ ਪਰਮਾਨੈਂਟ ਕਾਰਜਪਾਲਿਕਾ ਔਰ ਦੂਸਰੇ ਨੂੰ ਅਸੀਂ ਕਹਿੰਦੇ ਆ अपने नॉन परमानेंट या जिन्हों आप कहने लोगों द्वारा चुनी हुई कार्यपालिका। और जिहड़ी परमानेंट पोलीटिकल एग्जैक्टिव हुंदा है उहदे विच जिहड़ा ब्यूरोक्रेसी आ जाती है, उहदे विच ब्यूरोक्रेट्स आ जाते हैं जिहड़े कि इस नूं जिहड़ा है इस व्यवस्था नूं जिहड़ा हैगा वो चलाते। ठीक है, एक मिनट मेरा फोन आ रहा है तो मैं फोन जरा देखना। हेलो हाँ जी सर, कल आके काम शुरू कर दियो फिर उत्थे एग्रीकल्चर डिपार्टमेंट च मैडम नूं जिहड़ा है ना वो मिल लियो।
ਕੋਈ ਫੋਨ ਆ ਗਿਆ ਸੀਗਾ, ਇਸ ਕਰਕੇ ਮੈਂ ਜਿਹੜਾ ਸੀਗਾ ਲੈਕਚਰ ਨੂੰ ਜਿਹੜਾ ਸੀਗਾ ਮਿਊਟ ਤੇ ਕਰ ਦਿੱਤਾ ਸੀਗਾ। ਸੋ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਦੋ ਤਰ੍ਹਾਂ ਦਾ ਐਗਜ਼ੈਕਟਿਵ ਹੁੰਦਾ ਹੈ, ਇੱਕ ਪਰਮਾਨੈਂਟ ਐਗਜ਼ੈਕਟਿਵ ਹੁੰਦਾ ਹੈ ਔਰ ਇੱਕ ਪੋਲੀਟੀਕਲ ਐਗਜ਼ੈਕਟਿਵ ਹੈ। ਜਿਹੜਾ ਪਰਮਾਨੈਂਟ ਐਗਜ਼ੈਕਟਿਵ ਹੈਗਾ ਹੈ ਉਹਦੇ ਵਿੱਚ ਜਿਹੜੇ ਹੈ ਬਿਊਰੋਕ੍ਰੇਸੀ ਆ ਜਾਂਦੀ ਹੈ, ਨੌਕਰਸ਼ਾਹੀ ਆ ਜਾਂਦੀ ਹੈ। ਔਰ ਜਿਹੜਾ ਪਰਮਾਨੈਂਟ ਪੋਲੀਟੀਕਲ ਐਗਜ਼ੈਕਟਿਵ ਹੁੰਦਾ ਉਹਦੇ ਵਿੱਚ ਸਰਕਾਰ, ਪ੍ਰਾਈਮ ਮਿਨਿਸਟਰ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਆ ਜਾਂਦੀਆਂ। ਸੋ ਦੂਸਰੀ ਗੱਲ, ਦ ਗਵਰਨਮੈਂਟ ਆਰ ਰਿਸਪੋਂਸਿਬਲ ਫॉर ਰਨਿੰਗ ਦ ਕੰਟਰੀ। ਜਿਹੜੀ ਸਰਕਾਰ ਹੁੰਦੀ ਹੈ ਉਹ ਕਿਸੇ ਵੀ ਵਿਵਸਥਾ ਦੇ ਵਿੱਚ ਜਿਹੜਾ ਹੈ ਉਸਨੂੰ ਦੇਸ਼ ਨੂੰ ਚਲਾਉਣ ਦੀ ਰਿਸਪੋਂਸਿਬਿਲਿਟੀ ਉਹਦੀ ਹੁੰਦੀ ਹੈ। ਔਰ ਜਿੱਦਾਂ ਇੰਗਲੈਂਡ ਹੈ, ਇੰਗਲੈਂਡ ਦੇ ਵਿੱਚ ਜਿਸ ਵੀ ਪੋਲੀਟੀਕਲ ਪਾਰਟੀ ਨੂੰ ਜਿਹੜਾ ਹੈ ਬਹੁਮਤ ਮਿਲਦਾ ਹੈ ਉਹਦੀ ਜਿਹੜੀ ਸਰਕਾਰ ਹੈ 5 ਸਾਲਾਂ ਲਈ ਬਣਦੀ ਹੈ, ਚਾਹੇ ਉਹ ਬ੍ਰਿਟੇਨ ਹੋਵੇ ਚਾਹੇ ਉਹ ਭਾਰਤ ਹੋਵੇ। ਦੋਨਾਂ ਦੇ ਵਿੱਚ ਜਿਹੜਾ ਹੈ, ਕਿਉਂਕਿ ਸੰਸਦੀय ਪ੍ਰਣਾਲੀ ਹੈ, ਤਾਂ ਸੰਸਦੀय ਪ੍ਰਣਾਲੀ ਦੇ ਵਿੱਚ ਜਿਹੜਾ ਬਹੁਮਤ ਹੈ ਉਹਦਾ ਕਾਫੀ ਰੋਲ ਹੁੰਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਸੰਸਦ ਕੀ ਹੁੰਦੀ। ਹੁਣ ਦੇਖੋ ਜੀ, ਕੁਝ ਵੀ ਅਸੀਂ ਪਾਲਿਸੀ ਡਿਸੀਜਨ ਤਾਂ ਕੈਬਨਿਟ ਨੇ ਲੈ ਲੈਣਾ, निर्णय ਜਿਹੜੇ ਹੈ ਕੈਬਨਿਟ ਲੈ ਲੈਂਦਾ, ਪਾਲਿਸੀ ਕਿੱਦਾਂ ਦੀ ਬਣੂਗੀ, ਪਾਲਿਸੀ ਕਿੱਦਾਂ ਦੀ ਬਣਾਈ ਜਾਊਗੀ, ਵੱਖ-ਵੱਖ ਲੋਕਾਂ ਵਾਸਤੇ ਕਿਹੜੀਆਂ-ਕਿਹੜੀਆਂ ਪਾਲਿਸੀਜ਼ ਬਣਾਈਆਂ ਜਾਊਗੀਆਂ, ਨੀਤੀਆਂ ਬਣਾਈਆਂ ਜਾਊਗੀਆਂ। ਨੀਤੀ ਨਿਰਧਾਰਨ ਦਾ ਕੰਮ ਜਿਹੜਾ ਹੈ ਕੈਬਨਿਟ ਕਰਦਾ ਹੈ, ਮੰਤਰੀ ਮੰਡਲ ਕਰਦਾ ਹੈ, ਪਰ ਉਹਨਾਂ ਨੀਤੀਆਂ ਨੂੰ ਪਾਸ ਕਰਨ ਵਾਸਤੇ ਇੱਕ ਵਿਧਾਨ ਮੰਡਲ ਦੀ ਲੋੜ ਪੈਂਦੀ ਹੈ। ਹੁਣ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਜਿਹੜੇ ਵਿਧਾਨ ਮੰਡਲ ਹੈ ਉਹਨਾਂ ਨੂੰ ਅਲੱਗ-ਅਲੱਗ ਨਾਂ ਦਿੱਤੇ ਗਏ ਹੈ। ਹੁਣ ਜਿੱਦਾਂ ਜਿੱਥੇ ਸੰਸਦੀय ਪ੍ਰਣਾਲੀ ਹੁੰਦੀ ਹੈ ਉੱਥੇ ਜਿਹੜਾ ਪਾਰਲੀਮੈਂਟ ਕਿਹਾ ਜਾਂਦਾ, ਜਿਹੜੀ ਸੰਸਦ ਹੁੰਦੀ ਹੈ ਉਹਨੂੰ ਜਿਹੜਾ ਹੈਗਾ ਪਾਰਲੀਮੈਂਟ ਕਿਹਾ ਜਾਂਦਾ। ਜਿੱਦਾਂ ਅਗਰ ਅਸੀਂ ਗੁੱਡ ਮਾਰਨਿੰਗ, ਹਾਂ, ਜਿੱਦਾਂ ਹੁਣ ਜਾਪਾਨ ਦੀ ਆਪਾਂ ਗੱਲ ਕਰੀਏ ਜਾਂ ਸਵਿਟਜ਼ਰਲੈਂਡ ਦੀ ਗੱਲ ਕਰੀਏ ਜਾਂ ਪਾਕਿਸਤਾਨ ਦੀ ਗੱਲ ਕਰੀਏ ਜਾਂ ਹੋਰ ਕਿਸੇ ਦੇਸ਼ ਦੀ ਗੱਲ ਕਰੀਏ, ਪਾਕਿਸਤਾਨ ਦੇ ਵਿੱਚ ਸੰਸਦ ਹੈ, ਉੱਥੇ ਵੀ ਸੰਸਦ ਹੈ। ਜੇ ਅਮਰੀਕਾ ਦੀ ਗੱਲ ਕਰੀਏ ਉੱਥੇ ਦੇ ਵਿਧਾਨ ਮੰਡਲ ਨੂੰ ਅਸੀਂ ਕਾਂਗਰਸ ਕਹਿੰਦੇ ਹਾਂ। ਅਗਰ ਜਾਪਾਨ ਦੀ ਗੱਲ ਕਰੀਏ ਉੱਥੇ ਦੇ ਵਿਧਾਨ ਮੰਡਲ ਨੂੰ ਡਾਇਟ ਕਿਹਾ ਜਾਂਦਾ ਹੈ, ਠੀਕ ਹੈ ਜੀ। ਅਗਰ ਆਪਾਂ ਈਰਾਨ ਦੀ ਗੱਲ ਕਰੀਏ ਉੱਥੇ ਦੇ ਪਾਰਲੀਮੈਂਟ ਨੂੰ ਸ਼ੋਰਾ ਕਿਹਾ ਜਾਂਦਾ ਹੈ। ਸੋ ਜਿਹੜਾ ਹੈ ਉੱਥੇ ਦੇ ਵਿਧਾਨ ਮੰਡਲ ਦੇ ਜਿਹੜੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਹੈਗਾ ਅਲੱਗ-ਅਲੱਗ ਨਾਂ ਜਿਹੜੇ ਹੈ ਦਿੱਤੇ ਜਾਂਦੇ ਆ। ਹੁਣ ਮੈਂ ਇਹ ਤੁਹਾਨੂੰ ਦੱਸ ਚੁੱਕਾ ਹਾਂ ਕਿ ਪਾਰਲੀਮੈਂਟ देयर इज टू रिप्रेजेंट आवर इंटरेस्ट एंड मेक श्योर। ਪਾਰਲੀਮੈਂਟ ਦੇ ਨੂੰ ਇਲੈਕਟ ਕੌਣ ਕਰਦਾ? ਅਸੀਂ ਲੋਕ ਇਲੈਕਟ ਕਰਦੇ ਹਾਂ, ਅਸੀਂ ਲੋਕ ਵੋਟ ਪਾ ਕੇ ਜਿਹੜਾ ਹੈ ਪਾਰਲੀਮੈਂਟ ਨੂੰ ਇਲੈਕਟ ਕਰਦੇ ਹਾਂ। ਮੈਂ ਜਿਹੜੇ ਬੱਚਿਆਂ ਨੇ ਲੇਟ ਜੁਆਇਨ ਕੀਤਾ ਮੈਂ ਉਹਨਾਂ ਨੂੰ ਦੱਸ ਦਿੰਦਾ ਹੈਗਾ ਕਿ ਅਸੀਂ ਜਿਹੜਾ ਹੈਗਾ ਕੈਬਨਿਟ ਔਰ ਸੰਸਦ ਦੇ ਵਿੱਚ ਜਿਹੜੇ ਆਪਸੀ ਸੰਬੰਧ ਹੈ ਉਹਨਾਂ ਉੱਤੇ ਜਿਹੜੀ ਹੈ ਅੱਜ ਦੀ ਚਰਚਾ ਜਿਹੜੀ ਸਾਡੀ ਹੈਗੀ ਹੈ ਕਨਸੈਂਟਰੇਟਿਵ। ਸੋ ਹੁਣ ਇਹਦੇ ਵਿੱਚ ਅਗਰ ਬ੍ਰਿਟਿਸ਼ ਪਾਰਲੀਮੈਂਟ ਦੀ ਗੱਲ ਕਰੀਏ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ, ਇੱਥੇ ਪੀਪੀਟੀ ਵੱਲ ਆਪ ਮਤਲਬ ਨਜ਼ਰ ਮਾਰੋ। ਹਾਊਸ ਆਫ ਕਾਮਨਸ ਵੇਅਰ ਆਲ ਦ ਪੀਪਲ ਹੈਵ ਇਲੈਕਟਡ ਇਨ ਦ ਜਨਰਲ ਇਲੈਕਸ਼ਨ। ਹਾਊ ਕਾਮਨ ਸਦਨ ਜਿਹੜਾ ਹੈ ਉਹ ਡਾਇਰੈਕਟਲੀ ਇਲੈਕਟ ਹੁੰਦਾ ਹੈ, ਲੋਕਾਂ ਦੁਆਰਾ ਡਾਇਰੈਕਟਲੀ ਇਲੈਕਟਡ ਕੀਤੇ ਜਾਂਦੇ ਮੈਂਬਰ ਉਹਦੇ ਵਿੱਚ। ਔਰ ਜਿਹੜਾ ਲਾਰਡ ਸਦਨ ਹੈ, ਲਾਰਡ ਸਦਨ ਜਿਹੜੇ ਹੈ ਉਹਦੇ ਵਿੱਚ ਜਿਹੜੇ ਮੈਂਬਰਸ ਹੈਗੇ ਆ ਉਹ ਅਪੁਆਇੰਟ ਕੀਤੇ ਜਾਂਦੇ, ਜਿੱਦਾਂ ਰਾਜ ਸਭਾ ਦੇ ਵਿੱਚ ਅਪੁਆਇੰਟਮੈਂਟ ਹੁੰਦੀ ਹੈ ਉਸੇ ਤਰ੍ਹਾਂ ਸੀ, ਠੀਕ ਹੈ ਜੀ। ਹੁਣ ਉੱਥੇ ਦੀ ਜਿਹੜੀ ਸਰਕਾਰ ਹੈ, ਇੰਗਲੈਂਡ ਦੀ ਸਰਕਾਰ ਕਿਹੜੇ-ਕਿਹੜੇ ਕੰਮ ਕਰਦੀ ਹੈ, ਠੀਕ ਹੈ ਜੀ। ਰਨਿੰਗ ਦੀ ਕੰਟਰੀ ਹੋ ਗਿਆ, ਮੈਨੇजिंग थिंग्स हो गया, डे टू डे अफेयर्स हो गया, ये सारे काम। टैक्स लगाना, टैक्स ਵਧਾਣਾ, टैक्स ਘਟਾਣਾ, ਤੇ ਠੀਕ ਹੈ ਪਬਲਿਕ ਮਨੀ ਨੂੰ ਜਿਹੜਾ ਸਹੀ ਤਰ੍ਹਾਂ ਯੂਟਿਲਾਈਜ਼ ਕਰਨਾ। ਫਿਰ ਪਬਲਿਕ ਸਰਵਿਸਿਜ਼ ਜਿੱਦਾਂ ਨੈਸ਼ਨਲ ਹੈਲਥ ਸਰਵਿਸ ਹੋ ਗਿਆ, ਪੁਲਿਸ ਐਂਡ ਆਰਮਡ ਫੋਰਸਿਸ ਹੋ ਗਿਆ, ਫਿਰ ਵੈਲਫੇਅਰ ਬੈਨੀਫਿਟਸ ਹੋ ਗਏ ਆਫ ਦੀ ਸਟੇਟ ਪੈਨਸ਼ਨ, यूके एनर्जी सप्लाई। ये ਜਿਹੜੇ ਪ੍ਰਮੁੱਖ ਕੰਮ ਹੈ ਉਹ ਕੇਂਦਰੀ ਸਰਕਾਰ ਕਰਦੀ ਹੈ। ਵਾਈਲ ਮੈਨੀ ਪਾਵਰਸ ਹੈਵ ਬੀਨ ਡੈਲੀਗੇਟਡ। ਹੁਣ ਤੁਹਾਨੂੰ ਸਾਰਿਆਂ ਨੂੰ ਇਹ ਵੀ ਪਤਾ ਹੈਗਾ ਕਿ ਜਿਹੜਾ ਇੰਗਲੈਂਡ ਹੈ ਉਹ ਇਕਾਤਮਕ ਪ੍ਰਣਾਲੀ ਹੈ, ਉਸ ਤੇ ਸੈਂਟਰਲ ਗਵਰਨਮੈਂਟ ਕੋਲ ਸਾਰੀਆਂ ਪਾਵਰਸ ਹੈ, ਪਰ ਸੈਂਟਰਲ ਗਵਰਨਮੈਂਟ ਵੀ ਸਾਰੇ ਕੰਮ ਆਪ ਨਹੀਂ ਕਰ ਸਕਦੀ। ਸੋ ਉਹ ਆਪਣੀਆਂ ਜਿਹੜੀਆਂ ਸ਼ਕਤੀਆਂ ਆ ਥੋੜੀਆਂ ਡੈਲੀਗੇਟ ਕਰ ਦਿੰਦੀ ਹੈ, ਆਪਣੀਆਂ ਸ਼ਕਤੀਆਂ ਜਿਹੜੀਆਂ ਵੰਡ ਦਿੰਦੀ ਹੈ। ਵਾਈਲ ਮੈਨੀ ਗਵਰਨਮੈਂਟਸ ਹੈਵ ਬੀਨ ਡੈਲੀਗੇਟਡ to the devolved institutions in Scotland, Wales and Northern Ireland। ਹੁਣ ਜਦੋਂ ਆਪਾਂ ਯੂਨਾਈਟਿਡ ਕਿੰਗਡਮ ਦੀ ਗੱਲ ਕਰਦੇ ਹਾਂ, ਯੂਕੇ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਕਿਹੜੇ-ਕਿਹੜੇ ਆਉਂਦੇ ਆ, ਆਪਣੇ ਪ੍ਰਾਂਤ ਆਉਂਦੇ ਆ ਜਾਂ ਕਿਹੜੇ-ਕਿਹੜੇ ਦੇਸ਼ ਵੀ ਤੁਸੀਂ ਕਹਿ ਸਕਦੇ ਹੋ। ਉਹਦੇ ਵਿੱਚ ਆਉਂਦੇ ਜੀ ਵੇਲਸ ਆ ਜਾਂਦਾ ਹੈ, ਨੈਦਰਨ ਆਈਲੈਂਡ ਆ ਜਾਂਦਾ ਹੈ, ਫਿਰ ਇੰਗਲੈਂਡ ਆ ਜਾਂਦਾ ਤੇ ਸਕਾਟਲੈਂਡ ਆ ਜਾਂਦਾ। ਇਹ ਸਾਰੇ ਨੂੰ ਜਿਹੜਾ ਅਸੀਂ ਯੂਨਾਈਟਿਡ ਕਿੰਗਡਮ ਕਹਿੰਦੇ। ਸੋ ਇਹਦੇ ਵਿੱਚ ਤੁਸੀਂ ਦੇਖਿਆ ਹੋਣਾ ਹੈ ਕਿ ਓਲੰਪਿਕਸ ਦੇ ਵਿੱਚ ਜਾਂ ਜਿਹੜੀਆਂ ਕਾਮਨਵੈਲਥ ਗੇਮਸ ਹੁੰਦੀਆਂ ਉਹਦੇ ਵਿੱਚ ਸਕਾਟਲੈਂਡ
ਦੀ ਟੀਮ ਅਲੱਗ ਹੁੰਦੀ ਹੈ। ਠੀਕ ਹੈ ਜੀ। ਹਾਂ, ਜਿਹੜੀ 올림픽ਸ ਹੈ ਉਹਦੇ ਵਿੱਚ ਯੂਨਾਈਟਿਡ ਕਿੰਗਡਮ ਦੀ ਟੀਮ ਜਾਂਦੀ ਹੈ, ਮਤਲਬ ਅਲੱਗ-ਅਲੱਗ ਹੈ। ਇਹਨਾਂ ਨੂੰ ਇਹ ਵੀ ਹੁਣ ਜਿਹੜਾ ਹੈ ਆਪਣੇ ਇਹ ਜਿਹੜਾ ਹੈਗਾ ਇੰਗਲੈਂਡ ਤੋਂ ਅਲੱਗ ਹੋਣਾ ਚਾਹੁੰਦੇ ਹੈ, ਜਾਂ ਇਹ ਜਿਹੜਾ ਹੈ ਆਪਣਾ ਅਲੱਗ ਰੂਪ ਦੇ ਵਿੱਚ ਆਪਣੇ ਦੇਸ਼ਾਂ ਨੂੰ ਜਿਹੜਾ ਹੈ ਚਲਾਉਣਾ ਚਾਹੁੰਦੇ ਆ। ਉੱਥੇ ਵੀ ਜਿਹੜਾ ਹੈ ਸੈਂਟਰਲਾਈਜੇਸ਼ਨ ਆਫ ਪਾਵਰ ਬਹੁਤ ਜ਼ਿਆਦਾ ਹੈ, ਇਸ ਕਰਕੇ ਇਹ ਸਮੇਂ-ਸਮੇਂ ਉੱਤੇ ਜਿਹੜਾ ਹੈ ਯੂਨਾਈਟਿਡ ਕਿੰਗਡਮ ਚੋਂ ਬਾਹਰ ਹੋਣ ਦੀ ਜਿਹੜੀ ਹੈ ਗੱਲ ਜਿਹੜੀ ਹੈ ਕਰਦੇ ਆ। ਹੁਣ ਪਾਰਲੀਮੈਂਟ ਕਿਹੜੇ-ਕਿਹੜੇ ਕੰਮ ਕਰਦਾ, ठीक है। ओपन ट्रांसपेरेंट बाय क्वेश्चनिंग मिनिस्टर्स एंड रिक्वेस्टिंग इंफॉर्मेशन, वर्केबल एंड एफिशिएंट बाय एग्जामिनिंग न्यू प्रपोजल्स। सारा कुछ जिहड़ा विच थोड़ी इंटरनेट की प्रॉब्लम आ गई सी, सो ये जिहड़े है प्रमुख काम जिहड़ी है वो संसद करती है। हुण जे इन्हां दोनों के संबंधां की गल करिए, हाँ ये जो पहला पॉइंट आना लिख लो, पॉइंट लिख लो सारे जाने, फिर आप डिस्कस कर लेंगे पॉइंट्स में। अज मैं लिखाना नहीं है तुहानू, अज जो छोटे छोटे दो क्वेश्चन है वो तुहानू मैं जो कराने हैं। एक तो संसद और जी मंत्रिमंडल है उहदे विचकार संबंध, दूजा क्वेश्चन बनता है राजे और मंत्रिमंडल के विचकार संबंध। ये दो क्वेश्चन असीं अज जो कवर कर लेंगे। ठीक है जी। हुण इहदे विच जिहड़ा पहला हैगा जी कॉन्स्टिट्यूशनल पोजीशन, संविधानिक संविधानिक स्थिति। दूजा पॉइंट संसद की समूहिक जिम्मेवारी। सुन रहे हैं ना सारे नूं? संसद की समूहिक जिम्मेवारी। उस तो बाद अगला पॉइंट हैगा तीसरा मिनिस्टरां दे तनख्वाह ते भत्ते संसद द्वारा निश्चित किए जाते हैं। मिनिस्टरां दे तनख्वाह ते भत्ते संसद द्वारा फिक्स किए जाते हैं या निश्चित किए जाते हैं। फिर नैक्सट पॉइंट हैगा डिपेंडेंस ऑफ कैबिनेट ओवर पार्लीमेंट पर मनी। पैसे वास्ते मंत्रिमंडल की संसद उत्ते निर्भरता। पैसे वास्ते संसद मंत्रिमंडल की संसद उत्ते निर्भरता। उस तो बाद अगला पॉइंट हैगा संसद विच नीतियां नूं पारित किया जाता है। संसद विच नीतियां नूं पारित किया जाता है। अगला पॉइंट कानूनां नूं संसद विच पास किया जाता है। हुण इहदी वास्तविक स्थिति की है उहदे पॉइंट लिख लो। कैबिनेट कोल कॉमन्स सदन विच बहुमत हुंदा है। कैबिनेट कोल कॉमन्स सदन विच बहुमत हुंदा है। फिर कानून बनाने दीयां शक्तियां उत्ते नियंत्रण। कानून बनाने दीयां शक्तियां उत्ते नियंत्रण। फिर उस तो बाद संसद के कार्यक्रमां उत्ते नियंत्रण। संसद के कार्यक्रमां उत्ते नियंत्रण। फिर उस तो बाद अगला हैगा राइट टू गेट हाउस ऑफ कॉमन्स डिसॉल्व। कॉमन्स सदन नूं भंग करन दा अधिकार। कॉमन्स सदन नूं भंग करन दा अधिकार। वित्त उत्ते मंत्रिमंडल दा नियंत्रण। वित्त उत्ते मंत्रिमंडल दा नियंत्रण। कंट्रोल ऑफ कैबिनेट ओवर फाइनेंस। हुण कौन केड़ा विद्यार्थी ज्वाइन किया हुआ? रमन तू ही है बस, होर कोई नहीं है? ज्योति ज्योति जी सर। आवाज आ रही ना तुहानू सारे नू? जी हाँ जी सर, आज ठीक है। पॉइंट्स लिख ले सारे सर अच्छा। ਇਹਦੇ ਵਿੱਚੋਂ ਤੁਸੀਂ ਮੈਨੂੰ ਇਹ ਦੱਸੋ ਕਿ ਕਿਹੜਾ ਪੁਆਇੰਟ ਤੁਹਾਨੂੰ ਕਲੀਅਰ ਨਹੀਂ ਹੋ, ਮੈਂ ਤੁਹਾਨੂੰ ਸਮਝਾ ਦਿੰਦਾ। ਵੈਸੇ ਇਹ ਪੁਆਇੰਟਸ ਆਪਾਂ ਪਹਿਲੇ ਵੀ ਡਿਸਕਸ ਜਿਹੜਾ ਹੈ ਉਹ ਕਰ ਚੁੱਕੇ ਹਾਂ। ਇਹਦੇ ਵਿੱਚੋਂ ਕੁਝ ਅਗਰ ਤੁਹਾਨੂੰ ਲੱਗਦਾ ਹੈ ਕਿ ਕੋਈ ਚੀਜ਼ ਸਮਝਣ ਵਾਲੀ ਹੈ, ਨਹੀਂ ਤਾਂ ਫਿਰ ਆਪਾਂ ਅੱਗੇ ਚੱਲੀਏ। ਕਿਉਂਕਿ ਜਦੋਂ ਆਪਾਂ ਵਿਸ਼ੇਸ਼ਤਾਵਾਂ ਕੀਤੀਆਂ ਸੀ ਜਾਂ ਹੋਰ ਜਦੋਂ ਪ੍ਰਸ਼ਨ ਕੀਤੇ ਉਹਨਾਂ ਵਿੱਚ ਇਹ ਸਾਰੀਆਂ ਚੀਜ਼ਾਂ ਆਪਾਂ ਪਹਿਲੇ ਡਿਸਕਸ ਕਰ ਚੁੱਕੇ। ਜਿੱਦਾਂ ਡਿਸੋਲਵ ਹਾਊਸ ਆਫ ਕਾਮਨਸ ਨੂੰ ਜਿੱਦਾਂ ਭੰਗ ਕੀਤਾ ਜਾਂਦਾ, ਤੁਹਾਨੂੰ ਪਤਾ ਹੀ ਹੈ ਕਿ ਅਗਰ ਭਾਰਤ ਵਿੱਚ ਜਾਂ ਇੰਗਲੈਂਡ ਦੇ ਵਿੱਚ
ਜਿਹੜਾ ਬਹੁਮਤ ਦਲ ਹੈ, ਜਿਹਦੀ ਸਰਕਾਰ ਹੈ, ਅਗਰ ਉਹਦੇ ਕੋਲ ਬਹੁਮਤ ਖਤਮ ਹੋ ਜਾਂਦਾ ਹੈ ਤਾਂ ਜਿਹੜਾ ਮੰਤਰੀ ਮੰਡਲ ਤੇ ਪ੍ਰਧਾਨ ਮੰਤਰੀ ਹੈ, ਪਹਿਲੇ ਰਾਸ਼ਟਰਪਤੀ ਜਾਂ ਉੱਥੇ ਰਾਣੀ ਸਾਰੀਆਂ ਰਾਜਨੀਤਿਕ ਦਲਾਂ ਤੋਂ ਪੁੱਛਦੇ ਆ ਕਿ ਤੁਸੀਂ ਅਗਰ ਸਰਕਾਰ ਬਣਾਉਣ ਦੇ ਇੱਛੁਕ ਹੈਗੇ ਹੋ ਤੇ ਤੁਸੀਂ ਆਪਣੀ ਸਰਕਾਰ ਜਿਹੜੀ ਹੈ ਬਣਾ ਸਕਦੇ ਹੋ। ਅਗਰ ਤੁਹਾਡੇ ਕੋਲ ਬਹੁਮਤ, ਅਗਰ ਉਹ ਕਹਿੰਦੇ ਜੀ ਕੋਈ ਵੀ ਪਾਰਟੀ ਅਗਰ ਸਰਕਾਰ ਬਣਾਉਣ ਦੀ ਸਥਿਤੀ ਦੇ ਵਿੱਚ ਨਹੀਂ ਹੈ ਤੇ ਜਿਹੜੀ ਹੈ ਮੰਤਰੀ ਮੰਡਲ ਅਤੇ ਪ੍ਰਧਾਨ ਮੰਤਰੀ ਅਤੇ ਉਸ ਦਾ ਮੰਤਰੀ ਮੰਡਲ ਜਿਹੜਾ ਹੈ ਕਰਾਊਨ ਨਾਂ ਦੀ ਸੰਸਥਾ ਨੂੰ ਜਿਹੜਾ ਹੈ ਇਹ ਸੰਸਦ ਨੂੰ ਭੰਗ ਕਰਦਾ। ਤੋ ਸੰਸਦ ਨੂੰ ਭੰਗ ਕਰਨ ਦਾ ਜਿਹੜਾ ਅਧਿਕਾਰ ਹੈ ਉਹ ਵੀ ਮੰਤਰੀ ਮੰਡਲ ਦਾ ਹੀ। ਆਪਣੇ ਆਪ ਜਿਹੜਾ ਰਾਸ਼ਟਰਪਤੀ ਹੈ ਭਾਰਤ ਦਾ ਜਾਂ ਜਿਹੜੇ ਰਾਜਾ ਹੈ ਜਾਂ ਰਾਣੀ ਹੈ ਇੰਗਲੈਂਡ ਦੇ ਵਿੱਚ, ਉਹ ਆਪਣੇ ਆਪ ਸਦਨ ਨੂੰ ਭੰਗ ਨਹੀਂ ਕਰ ਸਕਦੇ। ਤੇ ਉਸ ਤੋਂ ਇਲਾਵਾ ਹੋਰ ਕੋਈ ਪੁਆਇੰਟ ਦੋਸਤੀ, ਹੋਰ ਕੋਈ ਪੁਆਇੰਟ? ਨਹੀਂ ਸਰ, ਮੈਂ ਲਿਖਦੀ ਪਈ ਨਾਲ ਤੁਸੀਂ ਜੋ ਬੋਲਦੇ ਪਏ ਹੋ ਨਾ। ਬਾਕੀ ਸਰ ਮੈਂ ਆਪਣੇ ਬੁੱਕ ਵਿੱਚ ਦੇਖੂੰਗੀ, ਅਗਰ ਜੋ ਤੁਸੀਂ ਕਰਵਾਇਆ ਸਭ ਉਹ ਨੋਟ ਕਰਕੇ। ਇਹ ਤਾਂ ਤੁਹਾਨੂੰ ਵੈਸੇ ਹੀ ਪਤਾ ਹੋਣਾ ਚਾਹੀਦਾ, ਤੁਸੀਂ ਫਾਈਨਲ ਚ ਵੀ ਪੜਿਆ ਤੇ ਬੀਏ ਥਰਡ ਸਮੈਸਟਰ ਮਤਲਬ ਸਰ ਆਪਣੀ ਨੌਲੇਜ ਲਈ ਪੁਆਇੰਟ ਟੂ ਪੁਆਇੰਟ ਦਾ ਉਹ ਤਾਂ ਤੁਹਾਡੀ ਆਪਣੀ ਡਿਸਕ੍ਰਿਪਸ਼ਨ ਹੈ ਨਾ, ਤੁਸੀਂ ਲਿਖਣਾ ਚਾਹੁੰਦੇ ਹੋ ਤਾਂ ਲਿਖ ਸਕਦੇ ਹੋ, ਉਹ ਤਾਂ ਕੋਈ ਉਹਦੇ ਚ ਪਿਆ ਕੁਝ ਨਹੀਂ ਮਤਲਬ ਇੰਟਰਫੇਅਰ ਕਰਦਾ, ਉਹ ਤੁਹਾਡੀ ਆਪਣੀ ਮਰਜ਼ੀ ਹੈ। ਠੀਕ ਹੈ ਜੀ। ਹੁਣ ਅਗਲੇ ਹੈਡਿੰਗ ਤੇ ਚੱਲਦੇ ਆ, ਆਪਣੇ ਮੰਤਰੀ ਮੰਡਲ ਅਤੇ ਰਾਜੇ ਦੇ ਵਿਚਕਾਰ ਸੰਬੰਧ, ਇਹ ਮੇਨ ਹੈਡਿੰਗ ਹੈਗਾ। ਤੇ ਉਸ ਤੋਂ ਬਾਅਦ ਇਹਦੇ ਵਿੱਚ ਵੀ ਸੰਵਿਧਾਨਿਕ ਜਿਹੜਾ ਹੈ ਸਥਿਤੀ ਆ ਜਾਣੀ ਹੈ। ਇਹਦੇ ਵਿੱਚ ਜਿਹੜਾ ਪਹਿਲਾ ਪੁਆਇੰਟ ਆ ਜਾਣਾ ਹੈ, ਕਿੰਗ ਹੈਜ਼ ਆਲ ਐਗਜ਼ੈਕਟਿਵ ਪਾਵਰਸ, ਕੈਬਨਿਟ ਇਜ਼ ਐਨ ਐਡਵਾਈਜ਼ਰੀ ਕਮੇਟੀ, ਕਿੰਗ ਕਨਸਟੀਟਿਊਟਸ ਕੈਬਨਿਟ, ਕਿੰਗ ਡਿਸਮਿਸਡ ਕੈਬਨਿਟ, ਕਿੰਗਸ ਰਾਈਟ ਟੂ ਮੂਵ। ਹੁਣ ਵਾਸਤਵਿਕ ਪੋਜੀਸ਼ਨ ਕੀ ਹੈ? ਸਾਰਾ ਕੰਮ ਰਾਜੇ ਦੇ ਨਾਂ ਤੇ ਹੋ ਰਿਹਾ ਉੱਥੇ, ਸਾਰਾ ਕੰਮ ਜਿਹੜਾ ਭਾਰਤ ਦੇ ਵਿੱਚ ਸਾਰਾ ਕੰਮ ਜਿਹੜਾ ਹੈ ਰਾਸ਼ਟਰਪਤੀ ਦੇ ਨਾਂ ਤੇ ਹੋ ਰਿਹਾ। ਕਿਉਂਕਿ ਇੰਗਲੈਂਡ ਦੇ ਵਿੱਚ ਸੰਵਿਧਾਨਿਕ ਮੁਖੀਆ ਕੌਣ ਹੈ? ਇੰਗਲੈਂਡ ਦੇ ਵਿੱਚ ਸੰਵਿਧਾਨਿਕ ਮੁਖੀਆ ਹੈਗਾ ਰਾਜਾ ਔਰ ਰਾਣੀ। ਅਗਰ ਰਾਣੀ ਹੈ ਉੱਥੇ ਤਾਂ ਰਾਣੀ, ਜੇ ਰਾਜਾ ਉੱਥੇ ਅਸੀਨ ਹੈ ਸ਼ਾਸਨ ਤੇ ਤਾਂ ਰਾਜਾ। ਠੀਕ ਹੈ ਜੀ। ਹੁਣ ਭਾਰਤ ਦੇ ਵਿੱਚ ਕੀ ਹੈ? ਭਾਰਤ ਦੇ ਵਿੱਚ ਇਹੀ ਕੰਮ ਜਿਹੜਾ ਰਾਸ਼ਟਰਪਤੀ ਕਰਦਾ। ਜੀ ਸਰ। ਕਿਉਂਕਿ ਸੰਵਿਧਾਨਿਕ ਮੁਖੀਆ ਉਹਦੇ ਨਾਂ ਤੇ ਕੰਮਕਾਜ ਚੱਲਣਾ, ਲੇਕਿਨ ਵਾਸਤਵਿਕ ਕਾਰਜਪਾਲਿਕਾ ਹੀ ਸਾਰੇ ਕੰਮਕਾਜ ਕਰਦੀ ਹੈ। ਸਿਰਫ ਰਾਜਾ ਜਿਹੜਾ ਹੈ ਉਹ ਸੰਵਿਧਾਨਿਕ ਮੁਖੀ ਹੋਣ ਦੇ ਕਰਕੇ ਉਹਦੇ ਤੇ ਸਾਈਨ ਹੀ ਕਰਦਾ ਹੈਗਾ ਬਸ। ਠੀਕ ਹੈ ਜੀ। ਫਿਰ ਜਿਹੜਾ ਰਾਜਾ ਮੰਤਰੀ ਮੰਡਲ ਦਾ ਗਠਨ ਕਰਦਾ, ਰਾਜਾ ਥੋੜਾ ਮੰਤਰੀ ਮੰਡਲ ਦਾ ਗਠਨ ਕਰਦਾ। ਪ੍ਰਧਾਨ ਮੰਤਰੀ ਜਿਹੜਾ ਹੈ ਉਹ ਰਾਜੇ ਨੂੰ ਨਾਂ ਸੁਝਾਉਂਦਾ ਹੈ ਮੰਤਰੀ ਮੰਡਲ ਦੇ ਜਿਹੜੇ ਬੰਦੇ ਉਹਨੇ ਮੰਤਰੀ ਮੰਡਲ ਚ ਲੈਣਾ, ਤਾਂ ਰਾਜਾ ਉਹਨਾਂ ਨੂੰ ਜਿਹੜਾ ਹੈਗਾ ਉਹ ਜਿਹੜਾ ਹੈਗਾ ਸਹੁੰ ਜਿਹੜੇ ਹੈ ਚੁਕਾ ਦਿੰਦਾ, ਸਹੁੰ ਚੁਕਾ। ਠੀਕ ਹੈ ਜੀ। ਉਸ ਤੋਂ ਬਾਅਦ ਕਿੰਗ ਹੈਜ਼ ਰਾਈਟ ਟੂ ਨੋ। ਹੁਣ ਭਾਰਤ ਦੇ ਵਿੱਚ ਇੱਕ ਧਾਰਾ 78 ਹੈ ਸੰਵਿਧਾਨ ਚ, ਇਹਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਜੋ ਵੀ ਕਾਰਜ ਕਰਦਾ ਹੈ, ਉਸਦੇ ਮੰਤਰੀ ਮੰਡਲ ਜੋ ਵੀ ਕੰਮ ਕਰਦਾ, ਉਹਦੇ ਬਾਰੇ ਜਿਹੜੀ ਜਾਣਕਾਰੀ ਹੈ ਰਾਸ਼ਟਰਪਤੀ ਨੂੰ ਦੇਣਾ ਜ਼ਰੂਰੀ ਹੁੰਦਾ ਸਮੇਂ-ਸਮੇਂ ਉੱਤੇ। ਇਸੇ ਤਰ੍ਹਾਂ ਉੱਥੇ ਰਾਜੇ ਨੂੰ ਇੱਕ ਅਧਿਕਾਰ ਦਿੱਤਾ ਗਿਆ ਹੈ ਜਾਂ ਇਮਿਊਨਿਟੀ ਦਿੱਤੀ ਗਈ ਹੈ, ਜਿਹਨੂੰ ਕਹਿੰਦੇ ਆ ਕਿੰਗ ਰਾਈਟ ਟੂ ਨੋ। King can get information on any matter from the cabinet whenever he wants। मतलब वो कैबिनेट तो पूछ सकता है कि तुसी की काम कीता, तुसी किहड़ियां नीतियां बनाईयां, तुसी की काम कर रहे हो, तुहाडी सरकार ने आने वाले टाइम च किहड़े काम करने। राजा जिहड़ा इहदे बारे जानकारी जिहड़ा है वो लै सकदा है। फिर एक्चुअल पोजीशन अगर देखिए दोनों दे विच, एक्चुअल पोजीशन दे विच किहड़े-किहड़े पॉइंट आने, पॉइंट लिख लो। King is not an independent in the formation of cabinet। ਜਿਹੜੀ ਮੈਂ ਗੱਲ ਤੁਹਾਨੂੰ ਦੱਸ ਰਿਹਾ ਸੀਗਾ, ਮਤਲਬ ਰਾਜਾ ਜਿਹੜਾ ਹੈ ਜਦੋਂ ਕੈਬਨਿਟ ਬਣਦਾ ਹੈ ਉਹਦੇ ਵਿੱਚ ਉਹਦੀ ਜਿਹੜੀ ਸਲਾਹ ਹੈ ਇੰਡੀਪੈਂਡੈਂਟ ਨਹੀਂ ਹੁੰਦੀ। ਦੂਜੀ ਗੱਲ, ਕਿੰਗ ਕੈਨ ਨਾਟ ਡਿਸਮਿਸ ਦੀ ਕੈਬਨਿਟ ਐਟ ਹਿਸ ਡਿਸਕ੍ਰਿਸ਼ਨ। ਆਪਣੀ ਡਿਸਕ੍ਰਿਸ਼ਨ ਉੱਤੇ ਜਿਹੜਾ ਰਾਜਾ ਹੈ ਉਹ ਕੈਬਨਿਟ ਨੂੰ ਜਿਹੜਾ ਹੈ ਭੰਗ ਨਹੀਂ ਕਰ ਸਕਦਾ। ਕਿੰਗ ਐਕਸੈਪਟ ਦੀ ਐਡਵਾਈਸ ਆਫ ਦੀ ਕੈਬਨਿਟ। ਠੀਕ ਹੈ ਜੀ। ਕਿੰਗ ਹੁਣ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਸਿੱਧਾ ਜਿਹਾ ਫੰਡਾ ਹੈ ਕਿ ਜਿਹੜਾ ਸੰਵਿਧਾਨਿਕ ਮੁਖੀਆ ਹੈ ਜਾਂ ਜਿਹੜੀ ਨਾਮਾਤਰ ਕਾਰਜਪਾਲਿਕਾ ਹੈ, ਉਹ ਜਿਹੜੀ ਵਾਸਤਵਿਕ ਕਾਰਜਪਾਲਿਕਾ ਹੈ ਉਹਦੇ ਤੋਂ ਸਲਾਹ ਲਏ ਬਿਨਾਂ ਨਹੀਂ ਚੱਲਦੀ। ਹੁਣ ਭਾਰਤ ਦੇ ਵਿੱਚ ਨਾਮਾਤਰ ਕਾਰਜਪਾਲਿਕਾ ਰਾਸ਼ਟਰਪਤੀ ਹੈ, ਇੰਗਲੈਂਡ ਦੇ ਵਿੱਚ ਜਿਹੜੀ ਨਾਮਾਤਰ ਕਾਰਜਪਾਲਿਕਾ ਹੈ ਉਹ ਰਾਜਾ ਜਾਂ ਰਾਣੀ ਹੈ। ਇਸ ਕਰਕੇ ਉੱਥੇ ਵਾਸਤਵਿਕ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੀ ਵਾਸਤਵਿਕ ਕਾਰਜਪਾਲਿਕਾ ਹੈ ਉਹ ਕੀ ਹੈ, ਉਹ ਰਾਜਾ
वो प्रधान मंत्री और उसका मंत्रिमंडल। सो प्रधान मंत्री और उसके मंत्रिमंडल दी सलाह उत्ते जिहड़ा है सारा कामकाज जिहड़ा है हुंदा है। मंत्रिमंडल की सलाह उत्ते सारा कामकाज हुंदा है और राजा मंत्रिमंडल अते ਉਹਦੀ प्रधान मंत्री और उसके मंत्रिमंडल की सलाह ਨੂੰ ਮੰਨਦਿਆਂ ਹੋਇਆਂ डिसीजन ਲੈਂਦਾ है, निर्णय ਲੈਂਦਾ। ठीक है जी। अगला पॉइंट है कैबिनेट इज रिस्पॉन्सिबल फॉर एडमिनिस्ट्रेशन नॉट किंग। ਹੁਣ प्रधान मंत्री और उसका मंत्रिमंडल ही हर कार्य ਲਈ ਜਿਹੜਾ ਹੈ ਜ਼ਿੰਮੇਵਾਰ ਹੈ क्योंकि वास्तविक कार्यपालिका वो है, राजा किसी भी प्रकार ਨਾਲ ਜ਼ਿੰਮੇਵਾਰ नहीं। ठीक है। कैबिनेट मेक्स अपॉइंटमेंट एंड किंग गिव्स अप्रूवल। ਜਿਹੜੀਆਂ ਵੀ ਨਿਯੁਕਤੀਆਂ ਹੁੰਦੀਆਂ ਹਾਇਰ ਪੋਸਟ ਉੱਤੇ ਉਹਨੂੰ ਮਨਜ਼ੂਰੀ ਕੌਣ ਦਿੰਦਾ ਹੈ? ਕੈਬਨਿਟ ਦਿੰਦਾ ਹੈ। ਮਤਲਬ ਕੈਬਨਿਟ ਡਿਸਾਈਡ ਕਰਦਾ ਹੈ ਕਿ ਅਗਰ ਕਿਸੇ ਪ੍ਰਾਂਤ ਦੇ ਵਿੱਚ ਗਵਰਨਰ ਲਾਣਾ ਹੈ ਜਾਂ ਕੋਈ ਸੁਪਰੀਮ ਕੋਰਟ ਦਾ ਜੱਜ ਲਾਣਾ ਹੈ ਜਾਂ ਹੋਰ ਕੁਝ ਲਾਣਾ ਹੈ, ਠੀਕ ਹੈ ਜੀ, ਉਹਦੀ ਜਾਣਕਾਰੀ ਜਿਹੜੀ ਹੈ ਉਹ ਰਾਜੇ ਨੂੰ ਦੇ ਦਿੰਦਾ ਕਿ ਇਸ ਵਿਅਕਤੀ ਨੂੰ ਤੁਸੀਂ ਬਣਾਓ ਤੇ ਰਾਜਾ ਉਹਦੇ ਤੇ ਸਹਿਮਤੀ ਦੇ ਦਿੰਦਾ। ਸੋ ਇਹ ਸੀਗਾ ਆਪਣੇ ਕੈਬਨਿਟ। ਸਰ ਤੁਹਾਡੀ ਆਵਾਜ਼ ਕੱਟ ਹੋ ਗਈ। ਕੈਬਨਿਟ ਔਰ ਰਾਜੇ ਦੇ ਵਿਚਕਾਰ ਜਿਹੜੇ ਹੈ ਉਹ ਇਹ ਸੰਬੰਧ ਹੁੰਦੇ, ਇਹਦੇ ਇਹ ਕੁਐਸਚਨ ਵੀ ਆਪਣਾ ਇੱਥੇ ਜਿਹੜਾ ਹੈਗਾ ਖਤਮ ਹੁੰਦਾ। ਸੋ ਕੱਲ ਨੂੰ ਅਸੀਂ ਪ੍ਰਧਾਨ ਮੰਤਰੀ ਸ਼ੁਰੂ ਕਰਾਂਗੇ। ਠੀਕ ਹੈ ਜੀ। ਆ ਰਹੀ ਆਵਾਜ਼? ज्योति आवाज आ रही? ज्योति आवाज आ रही मेरी? हाँ जी सर आ रही। बोलो ना, मैनू किद्दां पता लगूगा। मैं कहा कल प्रधान मंत्री वाला क्वेश्चन असीं जिहड़ा है शुरू करना है। सो अपना ये थोड़ा जिहा रह गया है फिर ब्रिटेन का, इस करके मैं साइमल्टेनियसली 2 कॉन्स्टिट्यूशन चलाए हुए हैं ताकि दोनों जिहड़ा एक पेज से खत्म हो जाए, क्योंकि असीं 5 कॉन्स्टिट्यूशन पढ़ने हैं, 5 संविधान पढ़ने हैं। फिर ये जो दोनों खत्म हो जूगे फिर चाइना ते स्विट्जरलैंड नाल शुरू करके ते फिर जापान आपां जिहड़ा है वो करांगे। ठीक है जी। सो मैं अज दा अपना लैक्चर इत्थे ही खत्म करदा ते अपनी जिहड़ी अटेंडेंस दा जिहड़ा स्क्रीनशॉट लैके जिहड़ा मैनू भेज दईए। सो आपां हुण कल जिहड़ा है कल मैं तुहानू दोनों जिहड़े लैक्चर हैगे आ वो ऑफलाइन ही पाऊंगा, रिकॉर्डेड ही पाऊंगा, क्योंकि कल मेरा वोटर अवेयरनैस कैंप है तो परसों भी थोड़े लैक्चर लगूगे। परसों जी है छुट्टी हैगी लेकिन मैं लैक्चर लाऊंगा थोड़ा घरों लाऊंगा या वीडियोस पाऊंगा या मैं थोड़ा लाइव लैक्चर भी लै सकता अगर मेरा मैनू टाइम ने अलाउ किया। ठीक है। ओके हाँ जी सर। क्योंकि सिलेबस ज़्यादा है इस करके मैनू थोड़ा सहयोग चाहिए है। तुसीं जो मैं तुहानू कहना क्लास लाओ उदों क्लास ला लिया करो बस प्लीज, और कुछ नहीं करना। ठीक है। ओके थैंक यू। ठीक है सर हाँ जी।